ਤੁਸੀਂ ਕਹਿੰਦੇ ਕ੍ਰਾਈਮ ਕਿਵੇਂ ਹੋਇਆ? ਮੈਂ ਆਪ ਜੀ ਨੂੰ ਦੱਸਦਾ ਕਿ 25/10/2019 ਨੂੰ ਬਾਲਾ ਸੁਬਰਾਮਨੀਅਮ ਜੀ ਦੇ ਆ ਦਸਤਖਤ ਨੇ। ਉਹਨਾਂ ਨੇ ਇੱਕ ਮਤਾ ਪਾਇਆ ਸੀ। ਮਤੇ ਦੇ ਰਾਹੀਂ ਉਹਨਾਂ ਨੇ ਇਸ ਪ੍ਰਾਪਰਟੀ ਦੇ ਵਿੱਚੋਂ 2000 ਗਜ ਜਗ੍ਹਾ ਜਿਹੜੀ ਆ ਉਹ ਹਿੰਦੁਸਤਾਨ ਪੈਟਰੋਲੀਅਮ ਨੂੰ ਦੇਣ ਵਾਸਤੇ ਮਤਾ ਪਾਸ ਕੀਤਾ ਸੀ। ਇਹ ਮਤਾ ਬਿਲਕੁਲ ਜਿਹੜਾ ਹਾਲੇ ਤੱਕ ਕੈਂਸਲ ਨਹੀਂ ਹੋਇਆ। ਇਹ ਨੋਟਿਸ ਇਹਨਾਂ ਨੇ ਜਿਹੜਾ ਪੇਸ਼ ਕੀਤਾ ਉਹਦੇ ਵਿੱਚ ਇਹਨਾਂ ਲਿਖਿਆ ਕਿ 16,344 ਸਕੁਅਰ ਯਾਰਡ ਇਹਦਾ ਜਿਹੜਾ ਰਿਜ਼ਰਵ ਪ੍ਰਾਈਸ ਆ ਉਹ 91,86,47,210 ਰੁਪਏ ਰੱਖਿਆ ਜਾਂਦਾ। ਇਹ ਚੀਜ਼ ਰੱਖੀ ਇਹਨਾਂ ਨੇ। ਆਪਸ਼ਨ ਕਿਹਨੂੰ ਕਰਦੇ ਨੇ? 4 ਕੰਪਨੀਆਂ ਬੁਲਾਉਂਦੇ ਨੇ। ਇੱਕ ਕੰਪਨੀ ਜਿਹੜੀ ਆ ਉਹਦੇ ਵਿੱਚ ਸਰਦਾਰ ਗੁਰਦੀਪ ਸਿੰਘ ਜੁਝਾਰ ਦੀ ਕੰਪਨੀ ਆ, ਮੈਸੇਜ ਜੁਝਾਰ ਲੌਜਿਸਟਿਕ ਪ੍ਰਾਈਵੇਟ ਲਿਮਟਿਡ। ਦੂਸਰਾ ਹੈ ਪ੍ਰਦੀਪ ਅਗਰਵਾਲ, ਉਹ ਕੌਣ ਆ? ਆਸ਼ੂ ਦੇ ਘਰ ਦਾ ਬੰਦਾ। ਤੇ ਤੀਸਰਾ ਕੌਣ ਹੈ? ਮਿਸਟਰ ਜਸਬੀਰ ਲੈਂਡ ਡਿਵੈਲਪਰਸ, ਉਹ ਕੌਣ ਨੇ? ਸਰਦਾਰ ਸਾਹਿਬ, ਉਹ ਗੁਰਦੀਪ ਜੁਝਾਰ ਦੇ ਬੰਦੇ। ਤੇ ਚੌਥਾ ਹੈ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀ ਲਿਮਟਿਡ, ਉਹ ਕਿਹਦੀ ਆ? ਹਮੰਤ ਸੂਦ ਦੀ। ਔਰ 4 ਕੰਪਨੀਆਂ ਨੇ ਬੋਲੀ ਦਿੱਤੀ। ਇੱਕ ਜਿਹੜੀ ਰਿਤੇਸ਼ ਪ੍ਰਾਪਰਟੀਜ਼ ਉਹਨੂੰ ਕਹਿਤਾ ਵੀ ਯਾਰ ਹੁਣ ਤੂੰ ਚੁੱਪ ਕਰਕੇ ਲੈ ਲਾ ਸਮਾਨ, ਕੋਈ ਗੱਲ ਨਹੀਂ। 350-400 ਕਰੋੜ ਰੁਪਏ ਵਾਲੀ ਪ੍ਰਾਪਰਟੀ 92 ਕਰੋੜ ਚ ਲੈ ਲਓ ਤੇ ਮਾਈਨਸ ਪਲੱਸ ਕਰੀਏ ਤੇ 250 ਕਰੋੜ ਰੁਪਏ ਦੇ ਕਰੀਬ 300 ਕਰੋੜ ਦੇ ਕਰੀਬ ਪ੍ਰੋਫਿਟ ਆ ਗਿਆ ਪਹਿਲੇ ਦਿਨ ਹੀ। ਉਸ ਤੋਂ ਪਹਿਲਾਂ ਬ੍ਰਹਮਿੰਦਰਾ ਜੀ ਨੇ ਚੁੱਕ ਕੇ ਆਸ਼ੂ ਜੀ ਨੂੰ ਦੱਸਿਆ ਵੀ ਤੂੰ ਟਵੀਟ ਕਰ ਦੇ, ਆਪਣੀ ਜਿਹੜੀ ਚਮੜੀ ਆ ਸੇਫ ਕਰ ਲਾ, ਸਕਿਨ ਸੇਫ ਕਰ ਲਾ, ਮੈਂ ਸਵੇਰੇ ਅਸੀਂ ਇਹਨੂੰ ਕੈਂਸਲ ਕਰ ਦੇਣਾ, ਅਸੀਂ ਪ੍ਰਪੋਜ਼ਲ ਤਿਆਰ ਕਰ ਲਈ ਹੈ। ਆਸ਼ੂ ਜੀ ਆਪਣੀ ਚਮੜੀ ਸੇਵ ਕਰਨ ਲਈ ਟਵੀਟ ਕਰਦੇ ਨੇ ਕਿ ਮੈਂ ਸਰਕਾਰ ਨੂੰ ਲਿਖ ਚੁੱਕਿਆ ਵੀ ਇਹਨੂੰ ਕੈਂਸਲ ਕਰ ਦਿਓ, ਤੇ 4 ਘੰਟਿਆਂ ਬਾਅਦ ਸਰਕਾਰ ਲੈਟਰ ਜਾਰੀ ਕਰ ਦਿੰਦੀ ਵੀ ਆਹ ਲਓ ਜੀ ਅਸੀਂ ਇਹਨੂੰ ਕੈਂਸਲ ਕਰਤਾ। ਇਹਦਾ ਮਤਲਬ ਸਾਰੀ ਖਿਚੜੀ ਕਾਂਗਰਸ ਪਾਰਟੀ ਦੀ ਚੀਫ ਮਿਨਿਸਟਰ ਸਾਹਿਬ ਤੋਂ ਲੈ ਕੇ ਥੱਲੇ ਤੱਕ ਇੱਕੋ ਜਿਹੀ ਪੱਕੀ ਹੋਈ ਆ। ਔਰ ਅਸੀਂ ਕਹਿੰਦੇ ਹਾਂ ਕਿ ਸਕੈਮ ਹੋ ਗਿਆ, ਅਸੀਂ ਕਹੀਏ ਜੁਰਮ ਹੋ ਗਿਆ, ਜੁਰਮ ਤੋਂ ਬਾਅਦ ਅਸੀਂ ਕਹੀਏ ਵੀ ਅਸੀਂ ਚੋਰ ਨੇ ਚੋਰੀ ਤਾਂ ਕਰ ਲਈ, ਹੁਣ ਪੈਸੇ ਵਾਪਸ ਕਰਤੇ ਇਸ ਕਰਕੇ ਖਤਮ ਹੋ ਗਈ ਕਹਾਣੀ। ਨਹੀਂ, ਜੇ ਚੋਰ ਨੇ ਚੋਰੀ ਕੀਤੀ ਆ ਤਾਂ ਮੁਕੱਦਮਾ ਰਜਿਸਟਰ ਹੋਣਾ ਚਾਹੀਦਾ, ਉਹਦੀ ਤਫਤੀਸ਼ ਹੋਣੀ ਚਾਹੀਦੀ ਆ। ਜੇਕਰ ਉਹਦੇ ਵਿੱਚ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਜੀ ਵੀ ਸ਼ਾਮਲ ਨੇ ਤਾਂ ਉਹਨਾਂ ਦੇ ਖਿਲਾਫ ਵੀ FIR ਹੋਣੀ ਚਾਹੀਦੀ ਆ। ਆਸ਼ੂ ਜੀ, ਤੁਸੀਂ ਲੁਧਿਆਣਾ ਸ਼ਹਿਰ ਦੀਆਂ ਪ੍ਰਾਪਰਟੀਆਂ ਨਾ ਉਜਾੜੋ, ਆਪਣੇ ਗੋਦਾਮਾਂ ਦੀਆਂ ਕਣਕਾਂ ਨਾ ਖਾਓ। ਪੰਜਾਬ ਤੁਹਾਡੇ ਕੋਲ ਕੁਝ ਉਮੀਦ ਕਰਕੇ ਤੁਹਾਨੂੰ ਪਾਵਰ ਵਿੱਚ ਲਿਆਂਦਾ ਸੀ, ਪਰ ਤੁਸੀਂ ਉਮੀਦਾਂ ਤੇ ਖਰੇ ਨਹੀਂ ਉਤਰੇ। ਨਾ ਕਿ ਆਸ਼ੂ ਜੀ ਵਾਂਗੂ ਲੋਕਾਂ ਨੂੰ ਦਬਕੇ ਲੈ ਕੇ ਪਵੇ ਕਿ ਤੂੰ DO ਕੌਣ ਹੁੰਨੀ ਆ, ਤੂੰ DSP ਕੌਣ ਹੁੰਨਾ, ਤੂੰ ਜੁਆਇੰਟ ਕਮਿਸ਼ਨਰ ਕੌਣ ਹੁੰਨਾ। ਇਸ ਤਰ੍ਹਾਂ ਨਾ ਹੋਵੇ। ਆਸ਼ੂ ਜੀ ਸਾਰੇ ਰਿਸਪੈਕਟਡ ਹੁੰਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਵਿਵਾਦਾਂ 'ਚ ਘਿਰੀ ਮਾਡਲ ਟਾਊਨ ਐਕਸਟੈਂਸ਼ਨ ਦੀ 4.25 ਏਕੜ ਜ਼ਮੀਨ ਦੀ ਨਿਲਾਮੀ ਜਿਹੜੀ ਹੈ ਫਾਈਨਲੀ ਰੱਦ ਹੋ ਗਈ ਹੈ। ਇਸ ਮਾਮਲੇ ਨੂੰ ਜੇ ਦੇਖਿਆ ਜਾਵੇ ਕਿਸ ਤਰੀਕੇ ਨਾਲ ਜੋ ਮੁੱਦਾ ਛਿੜਿਆ ਹੋਇਆ ਸੀ ਕਿ ਕਾਂਗਰਸੀ ਲੀਡਰਸ ਦੇ ਚਹੇਤਿਆਂ ਨੂੰ ਸਸਤੀ ਜ਼ਮੀਨ ਵੇਚਣ ਦਾ ਜੋ ਮਾਮਲਾ ਸੀ, ਅਸੀਂ ਪਹਿਲੇ ਦਿਨ ਤੋਂ ਹੀ ਦ ਸਿਟੀ ਹੈਡਲਾਈਨਸ ਨੇ ਇਹ ਮੁੱਦਾ ਜਿਹੜਾ ਹੈ ਪ੍ਰਮੁੱਖਤਾ ਦੇ ਨਾਲ ਆਪਣੇ ਚੈਨਲ ਤੇ ਵਿਖਾਇਆ ਹੈ। ਤੇ ਜਦ ਅਸੀਂ ਇਸ ਮੁੱਦੇ ਦੀ ਗੱਲ ਕਰਦੇ ਹਾਂ, ਸਸਤੀ ਜ਼ਮੀਨ ਜਿਹੜੀ ਹੈ ਕਾਂਗਰਸੀ ਲੀਡਰਸ ਦੇ ਚਹੇਤਿਆਂ ਨੂੰ ਵੇਚਣ ਦੇ ਮਾਮਲੇ ਨੂੰ ਲੈ ਕੇ BJP ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਵੱਲੋਂ ਵੀ ਜਿਹੜਾ ਹੈ ਇਹ ਮੁੱਦਾ ਲਗਾਤਾਰ ਚੁੱਕਿਆ ਗਿਆ ਸੀ। ਇਸ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਨ ਤੇ ਹੁਣ ਜੋ ਇਸ ਤੇ ਵੱਡੀ ਜਿੱਤ ਮਿਲਦੀ ਨਜ਼ਰ ਆਈ ਹੈ ਕਿ ਉਸ ਦੀ ਜਿਹੜੀ ਨਿਲਾਮੀ ਹੈ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਤੇ ਅੱਜ ਅਸੀਂ ਇਸੇ ਸਿਲਸਿਲੇ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ BJP ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਦੇਖਿਆ ਜਾਵੇ ਜੋ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਸੀ, ਸਸਤੀ ਜ਼ਮੀਨ ਵੇਚਣ ਦਾ ਮਾਮਲਾ ਸੀ ਕਾਂਗਰਸੀ ਲੀਡਰਸ ਦੇ ਕੁਝ ਚਹੇਤਿਆਂ ਨੂੰ, ਤੇ ਫਾਈਨਲੀ ਜੋ ਮਾਡਲ ਟਾਊਨ ਐਕਸਟੈਂਸ਼ਨ ਦੀ 4.25 ਏਕੜ ਦੀ ਜ਼ਮੀਨ ਸੀ ਜੋ ਵਿਵਾਦਾਂ ਦੇ ਵਿੱਚ ਘਿਰੀ ਹੋਈ ਸੀ, ਉਸ ਦੀ ਨਿਲਾਮੀ ਰੱਦ ਕਰ ਦਿੱਤੀ ਗਈ। ਸਰ, ਕੀ ਲੱਗਦਾ ਹੈ ਕਿ ਹੁਣ ਜੋ ਰੱਦ ਹੋਈ ਹੈ ਇਸ ਤੋਂ ਬਾਅਦ ਤੁਹਾਨੂੰ ਵੀ ਜ਼ਰੂਰ ਖੁਸ਼ੀ ਹੋਈ ਹੋਣੀ ਹੈ ਕਿ ਥੋੜੀ ਜਿਹੀ ਅਸੀਂ ਜਿਹੜਾ ਜਿੱਤ ਵੱਲ ਜਿਹੜੇ ਵਧੇ ਹੈ, ਤੇ ਕੀ ਲੱਗਦਾ ਕਿ ਹੁਣ ਸਭ ਠੀਕ ਹੋ ਜਾਏਗਾ, ਹੁਣ ਅੱਗੇ ਤੋਂ ਇਹੋ ਜਿਹੀ ਪ੍ਰੈਕਟਿਸਿਸ ਨਹੀਂ ਹੋਣਗੀਆਂ ਕਿ ਹਲੇ ਸਿਰਫ ਇਹ ਪਹਿਲੀ ਪੌੜੀ ਹੈ? ਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਦੇ ਮੀਡੀਆ ਪੱਤਰਕਾਰ ਸਾਹਿਬਾਨ ਤੇ ਲੁਧਿਆਣਾ ਸ਼ਹਿਰ ਦੇ ਜਿਹੜੇ ਰਿਸਪੈਕਟਡ ਸਿਟੀਜ਼ਨਸ ਨੇ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ ਕਿ ਜਿਨ੍ਹਾਂ ਨੇ ਇਸ ਕਰਪਸ਼ਨ ਦੇ ਵਿਰੁੱਧ ਸ਼ੁਰੂ ਕੀਤੀ ਹੋਈ ਮੂਵਮੈਂਟ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ
ਸਾਰੇ ਲੋਕਾਂ ਤੱਕ ਲੈ ਕੇ ਗਏ ਕਿ ਕਿਵੇਂ ਇਸ ਇੱਕ ਮੰਤਰੀ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਜੀ ਨੇ, ਜਿਹੜੇ ਕਿ ਸਾਡੇ ਬੜੇ ਰਿਸਪੈਕਟਡ ਵੀ ਨੇ, ਬਟ ਜਿਹੜਾ ਵੀ ਵਿਅਕਤੀ ਕਰਪਸ਼ਨ ਦੇ ਵਿੱਚ ਆ, ਅਸੀਂ ਉਸ ਦੀ ਵਿਚਾਰਧਾਰਾ ਦੇ ਬਿਲਕੁਲ ਅਗੇਂਸਟ ਆ। ਭਾਰਤ ਭੂਸ਼ਣ ਆਸ਼ੂ ਜੀ ਇਸ ਕਰਪਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਲਿਬੜੇ ਹੋਏ ਨੇ, ਵੜੇ ਹੋਏ ਨੇ, ਔਰ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਬਿਲਕੁਲ ਸਾਬਤ ਹੋ ਚੁੱਕੀ ਆ। ਔਰ ਉਹਨਾਂ ਦੇ ਨਾਲ ਉਹਨਾਂ ਦੀ ਹੀ ਆਸ਼ੂ ਟੀਮ ਦੇ ਮੈਂਬਰ ਹੇਮੰਤ ਸੂਦ, ਜੋ ਕਿ ਸੁਣਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਜਿਹੜੇ ਜਾਣੇ ਜਾਂਦੇ ਨੇ, ਉਹ ਜਿਹੜੇ ਜੂਆ ਜਵਾ ਜਿਹੜੇ ਮੈਚ ਮੂਚ ਖਿਡਾਉਂਦੇ ਨੇ, ਉਹਨਾਂ ਦਾ ਨਾਮ ਉਸ ਕਰਕੇ ਜਾਣਿਆ ਜਾਂਦਾ ਆ, ਹੇਮੰਤ ਸੂਦ ਜੀ ਦਾ। ਅਤੇ ਨਾਲ ਬਾਲਾ ਸੁਬਰਾਮਨੀਅਮ ਜੀ ਜਿਹੜੇ ਟਰੱਸਟ ਦੇ ਚੇਅਰਮੈਨ ਆ, ਇਹ ਸਾਰੇ ਹੀ ਇੱਕੋ ਹੀ ਟੋਲੀ ਦੇ ਜਿਹੜੇ ਨੇ ਇਹ ਮੈਂਬਰ ਨੇ, ਔਰ ਇਹਨਾਂ ਦੇ ਨਾਲ ਭੂ ਮਾਫੀਆ, ਲੈਂਡ ਮਾਫੀਆ ਜਿਹੜਾ ਸਾਰਾ ਜੁੜਿਆ ਹੋਇਆ। ਜੋ ਲੁਧਿਆਣਾ ਸ਼ਹਿਰ ਦੀ ਪਬਲਿਕ ਦੀਆਂ ਪਬਲਿਕ ਪ੍ਰੋਪਰਟੀਜ਼, ਜੋ ਕਿ ਅਰਬਾਂ ਕਰੋੜਾਂ ਰੁਪਏ ਦਾ ਉਹਨਾਂ ਦਾ ਮੁੱਲ ਆ, ਉਹ ਕੌਡੀਆਂ ਦੇ ਭਾਅ ਆਪਸ ਵਿੱਚ ਹੀ ਲੈ ਦੇ ਕੇ ਲੁਧਿਆਣਾ ਸ਼ਹਿਰ ਦੀ ਜਨਤਾ ਨੂੰ, ਪੰਜਾਬ ਦੀ ਆਵਾਮ ਨੂੰ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਕਰਦੇ ਆ ਰਹੇ। ਅੱਜ ਇਹ ਹਿਸਟੋਰੀਕਲ ਇੱਕ ਜਿੱਤ ਹੋਈ ਆ, ਵਿਨ ਹੋਈ ਆ। ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਦੇ ਰਿਸਪੈਕਟਡ ਸਿਟੀਜ਼ਨ ਦੀ ਜਿੱਤ ਆ, ਇਹ ਸਾਡੇ ਜਿਹੜੇ ਰਿਸਪੈਕਟਡ ਮੀਡੀਆ ਪਰਸਨਸ ਨੇ ਉਹਨਾਂ ਦੀ ਜਿੱਤ ਆ। ਔਰ ਉਸ ਤੋਂ ਬਾਅਦ ਅਸੀਂ ਕਹਾਂਗੇ ਕਿ ਅਸੀਂ ਤਾਂ ਸਮਾਜ ਦੇ ਇੱਕ ਛੋਟੇ ਜਿਹੇ ਸੇਵਕ ਹਾਂ, ਔਰ ਅਸੀਂ ਤਾਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਸੀ, ਔਰ ਇਸ ਮੁਹਿੰਮ ਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਗਏ ਭਾਰਤੀ ਜਨਤਾ ਪਾਰਟੀ। ਇਸ ਲਈ ਮੈਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਸਾਹਿਬਾਨ, ਵਰਕਰ ਸਾਹਿਬਾਨ, ਰਿਸਪੈਕਟਡ ਸਾਡੇ ਅਧਿਕਾਰੀ ਸਾਹਿਬਾਨ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਰ, ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਤੁਹਾਡੇ ਵੱਲੋਂ ਜਿਹੜਾ ਇਹ ਸਾਰੀ ਚੀਜ਼ਾਂ ਰਿਵੀਲ ਕੀਤੀਆਂ ਗਈਆਂ ਸੀ, ਫੈਕਟਸ ਰੱਖੇ ਗਏ ਸੀ, ਬਾਕੀ ਜਾਣਕਾਰੀ ਦਿੱਤੀ ਗਈ ਸੀ, ਤੇ ਉਦੋਂ ਤੋਂ ਹੀ ਤੁਸੀਂ ਦੱਸ ਰਹੇ ਹੋ ਕਿ ਕਿਵੇਂ ਹੋਇਆ ਸੀ ਘੁਟਾਲਾ, ਕੀ ਸਾਰੀ ਚੀਜ਼ਾਂ ਹੋਈਆਂ ਨੇ, ਪਰ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਬੜੇ ਸਵਾਲ ਆਉਂਦੇ ਨੇ। ਜਦ ਵੀ ਮੀਡੀਆ ਦੇ ਵਿੱਚ ਖਬਰਾਂ ਗਈਆਂ, ਲੋਕਾਂ ਨੇ ਸੁਣੀਆਂ, ਤੇ ਗਰਾਊਂਡ ਲੈਵਲ ਤੇ ਲੋਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਹੁੰਦੇ ਆ ਕਿ ਕਿਸ ਤਰੀਕੇ ਨਾਲ ਘੁਟਾਲਾ ਮੁਮਕਿਨ ਕਿਵੇਂ ਹੋ ਜਾਂਦਾ ਹੈ, ਜਦ ਹੁੰਦਾ ਹੈ ਕਿ ਰਿਜ਼ਰਵ ਜਿਹੜਾ ਰੇਟ ਹੈ ਉਹ ਵੀ ਪਹਿਲਾਂ ਤੋਂ ਹੀ ਤੈਅ ਕੀਤਾ ਜਾਂਦਾ ਹੈ, ਈ ਆਕਸ਼ਨ ਦੇ ਜ਼ਰੀਏ ਜ਼ਮੀਨ ਵੇਚੀ ਜਾਂਦੀ ਹੈ, ਟੀਮ ਜਿਹੜੀ ਹੈ ਮੌਜੂਦ ਹੁੰਦੀ ਹੈ, ਫਿਰ ਉਸ ਦੇ ਬਾਵਜੂਦ ਕਿਵੇਂ ਕੀ ਜਿਹੜੇ ਦਾਅ ਪੇਚ ਲਗਾਏ ਜਾਂਦੇ ਨੇ, ਕੀ ਲੂਪ ਹੋਲਸ ਨੇ ਕਿ ਜਿਹਦੇ ਜ਼ਰੀਏ ਜਿਹੜਾ ਘੁਟਾਲਾ ਪੋਸੀਬਲ ਹੋ ਜਾਂਦਾ ਹੈ, ਤੇ ਕਿਤੇ ਨਾ ਕਿਤੇ ਉਹ ਖੁਦ ਨੂੰ ਪਰ ਪਾਕ ਵੀ ਸਾਬਤ ਕਰ ਲੈਂਦੇ ਨੇ ਕਿ ਸਾਡੇ ਵੱਲੋਂ ਕੋਈ ਘੁਟਾਲਾ ਨਹੀਂ ਕੀਤਾ ਜਾ ਰਿਹਾ। ਦੇਖੋ, ਉਹ ਕਹਿੰਦੇ ਮੁੜਕੜ ਵੰਡਾਂ ਰੋੜੀਆਂ ਆਪਣਿਆਂ ਨੂੰ। ਜਿੱਥੋਂ ਤੱਕ ਇਸ ਪ੍ਰੋਪਰਟੀ ਦਾ ਮਤਲਬ ਆ, ਤੁਸੀਂ ਕਹਿੰਦੇ ਕ੍ਰਾਈਮ ਕਿਵੇਂ ਹੋਇਆ, ਮੈਂ ਆਪ ਜੀ ਨੂੰ ਦੱਸਦਾ ਕਿ 25/10/2019 ਨੂੰ ਬਾਲਾ ਸੁਬਰਾਮਨੀਅਮ ਜੀ ਦੇ ਆ ਦਸਤਖਤ ਨੇ। ਉਹਨਾਂ ਨੇ ਇੱਕ ਮਤਾ ਪਾਇਆ ਸੀ, ਮਤੇ ਦੇ ਰਾਹੀਂ ਉਹਨਾਂ ਨੇ ਇਸ ਪ੍ਰੋਪਰਟੀ ਦੇ ਵਿੱਚੋਂ 2000 ਗਜ ਜਗ੍ਹਾ ਜਿਹੜੀ ਆ ਉਹ ਹਿੰਦੁਸਤਾਨ ਪੈਟਰੋਲੀਅਮ ਨੂੰ ਦੇਣ ਵਾਸਤੇ ਮਤਾ ਪਾਸ ਕੀਤਾ ਸੀ। ਉਹ ਰੇਟ ਰੱਖਿਆ ਸੀ 65,662 ਰੁਪਏ। ਠੀਕ ਹੈ ਜੀ, ਇਹ ਮਤਾ ਬਿਲਕੁਲ ਜਿਹੜਾ ਹਾਲੇ ਤੱਕ ਕੈਂਸਲ ਨਹੀਂ ਹੋਇਆ, ਇਹ ਮਤਾ ਜਿਉਂ ਦਾ ਤਿਉਂ ਆ। ਜਿਸ ਤੋਂ ਬਾਅਦ ਹੁਣ ਆ ਕੇ ਇਹਨਾਂ ਨੇ ਸਕੀਮ ਲਾਈ ਵੀ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਨੀ, ਇੱਦਾਂ 4 ਪੈਸੇ ਮਿਲਣੇ ਨਹੀਂ ਆਪਾਂ ਨੂੰ। ਫਿਰ ਇਹਨਾਂ ਨੇ ਹੇਮੰਤ ਸੂਦ ਹੁਣੀ ਸਾਰੇ ਪੈਦਾ ਕੀਤੇ ਵੀ ਆਓ ਇਸ ਪ੍ਰੋਪਰਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਾਂਭੀਏ ਆਪਾਂ। ਉਸ ਦੇ ਵਿੱਚ ਇਹਨਾਂ ਨੇ ਇਹਦੀ ਨਿਲਾਮੀ ਵਾਸਤੇ ਆਹ ਨੋਟਿਸ ਦੇ ਦਿੱਤਾ। ਇਹ ਨੋਟਿਸ ਇਹਨਾਂ ਨੇ ਜਿਹੜਾ ਪੇਸ਼ ਕੀਤਾ, ਉਹਦੇ ਵਿੱਚ ਇਹਨਾਂ ਲਿਖਿਆ ਕਿ 16,344 ਸਕੁਅਰ ਯਾਰਡ, ਇਹਦਾ ਜਿਹੜਾ ਰਿਜ਼ਰਵ ਪ੍ਰਾਈਜ਼ ਆ ਉਹ 91,86,47,210 ਰੁਪਏ ਰੱਖਿਆ ਜਾਂਦਾ। ਇਹ ਚੀਜ਼ ਰੱਖੀ ਇਹਨਾਂ ਨੇ। ਔਰ ਜਦੋਂ ਇਹ ਚੀਜ਼ ਰੱਖੀ ਤੇ ਇਹ ਨਿਲਾਮੀ ਦਾ ਨੋਟਿਸ ਚਲੋ ਇਹਨਾਂ ਨੇ ਪਬਲਿਸ਼ ਕੀਤਾ, ਸੁਣਨ 'ਚ ਆਇਆ ਤੇ ਪਬਲਿਸ਼ ਬੜਾ ਲੋਅ ਲੈਵਲ ਤੇ ਕੀਤਾ ਤਾਂ ਕਿ ਇਹਨਾਂ ਮੇਨ ਬਾਇਰ ਜਿਹੜੇ ਸਾਰੇ ਹਿੰਦੁਸਤਾਨ ਦੇ ਉਹਨਾਂ ਨੂੰ ਪਤਾ ਨਾ ਲੱਗੇ। ਉਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਆਕਸ਼ਨ ਕਰਤਾ। ਆਕਸ਼ਨ ਕਿਹਨੂੰ ਕਰਦੇ ਨੇ? 4 ਕੰਪਨੀਆਂ ਬੁਲਾਉਂਦੇ ਨੇ। ਇੱਕ ਕੰਪਨੀ ਜਿਹੜੀ ਆ ਉਹਦੇ ਵਿੱਚ ਸਰਦਾਰ ਗੁਰਦੀਪ ਸਿੰਘ ਜੁਝਾਰ ਦੀ ਕੰਪਨੀ ਆ, ਮੈਸੇਜ ਜੁਝਾਰ ਲੌਜਿਸਟਿਕ ਪ੍ਰਾਈਵੇਟ ਲਿਮਟਿਡ। ਦੂਸਰਾ ਹੈ ਪ੍ਰਦੀਪ ਅਗਰਵਾਲ, ਉਹ ਕੌਣ ਆ? ਆਸ਼ੂ ਦੇ ਘਰ ਦਾ ਬੰਦਾ। ਫਿਰ ਤੀਸਰਾ ਕੌਣ ਆ? ਮਿਸਟਰ ਜਸਬੀਰ ਲੈਂਡ ਡਿਵੈਲਪਰਸ, ਉਹ ਕੌਣ ਨੇ? ਸਰਦਾਰ ਸਾਹਿਬ, ਉਹ ਗੁਰਦੀਪ ਜੁਝਾਰ ਦੇ ਬੰਦੇ। ਚੌਥਾ ਹੈ ਰਿਤੇਸ਼ ਪ੍ਰੋਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ, ਉਹ ਕਿਹਦੀ ਆ? ਹੇਮੰਤ ਸੂਦ ਦੀ। ਕਿਉਂਕਿ ਆਪ ਜੀ ਨੂੰ ਪਤਾ ਹੋਊਗਾ ਚੰਡੀਗੜ੍ਹ ਰੋਡ 'ਤੇ ਫਲੈਟ ਵੀ ਬਣ ਰਹੇ ਨੇ ਉਹਨਾਂ, ਫਿਰ ਕੀ ਉਹ ਫਿਨਕੋਪ ਕਿ ਫਿਨਲੈਂਡ ਜੀ ਇੱਦਾਂ ਦੀ ਕੰਪਨੀ ਆ, ਉਹ ਰਲਿਆ ਮਿਲਿਆ ਸਿਸਟਮ ਜਿਹਾ ਆ। ਕੋਈ ਨਹੀਂ, ਜਦੋਂ ਤਫਤੀਸ਼ ਹੋਊਗੀ ਉਹ ਵੀ ਚੀਜ਼ ਬਾਹਰ ਆਏਗੀ। ਇਹ 4 ਕੰਪਨੀਆਂ ਬੁਲਾਈਆਂ ਗਈਆਂ, ਇਹ ਪ੍ਰੈਸ ਨੋਟ ਦੇ ਵਿੱਚ ਰਮਨ ਜੀ ਨੇ ਦੱਸਿਆ। ਔਰ 4 ਕੰਪਨੀਆਂ ਨੇ ਬੋਲੀ ਦਿੱਤੀ। ਇੱਕ ਜਿਹੜੀ ਰਿਤੇਸ਼ ਪ੍ਰੋਪਰਟੀਜ਼ ਉਹਨੂੰ ਕਹਿਤਾ ਵੀ ਯਾਰ ਹੁਣ ਤੂੰ ਚੁੱਪ ਕਰਕੇ ਲੈ ਲਾ ਸਮਾਨ, ਕੋਈ ਗੱਲ ਨਹੀਂ। ਔਰ ਜਦੋਂ ਇਸ ਚੀਜ਼ ਦਾ ਅਸੀਂ ਹੋਰ ਅੱਗੇ ਜਾ ਕੇ ਪ੍ਰਦਰਸ਼ਨ ਕੀਤਾ ਤਾਂ ਸਰਕਾਰ ਜਾਗੀ, ਸਾਰਾ ਪੰਜਾਬ ਜਾਗਿਆ। ਮੈਂ ਪੰਜਾਬ ਦੀ ਜਨਤਾ ਦਾ ਅੱਜ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਇਸ ਮੁਹਿੰਮ ਦੇ ਵਿੱਚ
ਕਰਪਸ਼ਨ ਨੂੰ ਸਾਫ਼ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਜਿਸ ਤੋਂ ਬਾਅਦ ਅਲਟੀਮੇਟਲੀ ਸੁਣਨ ਵਿੱਚ ਆਇਆ ਕਿ ਵਿਜੀਲੈਂਸ ਨੇ ਵੀ ਆ ਕੇ ਫਾਈਲਾਂ ਚੈੱਕ ਕੀਤੀਆਂ। ਜਦੋਂ ਇਹਨਾਂ ਦੇਖਿਆ ਕਿ ਅਸੀਂ ਸਾਰੇ ਹੀ ਫਸ ਚੱਲੇ ਆ ਤੇ ਤੁਰੰਤ ਇਹਨਾਂ ਨੇ ਗਵਰਨਮੈਂਟ ਨੇ ਮੀਟਿੰਗ ਬੁਲਾਈ ਔਰ ਰਾਤ ਨੂੰ ਡਿਸਾਈਡ ਕੀਤਾ ਕਿ ਇਹਨੂੰ ਆਕਸ਼ਨ ਨੂੰ ਕੈਂਸਲ ਕੀਤਾ ਜਾਵੇ। ਉਸ ਤੋਂ ਪਹਿਲਾਂ ਬ੍ਰਹਮ ਇੰਦਰਾ ਜੀ ਨੇ ਚੁੱਕ ਕੇ ਆਸ਼ੂ ਜੀ ਨੂੰ ਦੱਸਿਆ ਵੀ ਤੂੰ ਟਵੀਟ ਕਰ ਦੇ, ਆਪਣੀ ਜਿਹੜੀ ਚਮੜੀ ਆ ਸੇਫ ਕਰ ਲਾ, ਸਕਿਨ ਸੇਫ ਕਰ ਲਾ, ਮੈਂ ਸਵੇਰੇ ਅਸੀਂ ਇਹਨੂੰ ਕੈਂਸਲ ਕਰ ਦੇਣਾ, ਅਸੀਂ ਪ੍ਰਪੋਜ਼ਲ ਤਿਆਰ ਕਰ ਲਈ ਆ। ਦੂਸਰੇ ਦਿਨ ਉਹਨਾਂ ਦੇ ਕੈਂਸਲੇਸ਼ਨ ਲੈਟਰ ਬਾਹਰ ਆਉਣ ਤੋਂ ਪਹਿਲਾਂ ਆਸ਼ੂ ਜੀ ਆਪਣੀ ਚਮੜੀ ਸੇਵ ਕਰਨ ਲਈ ਟਵੀਟ ਕਰਦੇ ਨੇ ਕਿ ਮੈਂ ਸਰਕਾਰ ਨੂੰ ਲਿਖ ਚੁੱਕਿਆ ਵੀ ਇਹਨੂੰ ਕੈਂਸਲ ਕਰ ਦਿਓ, ਤੇ 4 ਘੰਟਿਆਂ ਬਾਅਦ ਸਰਕਾਰ ਲੈਟਰ ਜਾਰੀ ਕਰਨ ਦੀ ਵੀ ਆਹ ਲਓ ਜੀ ਅਸੀਂ ਇਹਨੂੰ ਕੈਂਸਲ ਕਰਤਾ। ਇਹਦਾ ਮਤਲਬ ਸਾਰੀ ਖਿਚੜੀ ਕਾਂਗਰਸ ਪਾਰਟੀ ਦੀ ਚੀਫ ਮਿਨਿਸਟਰ ਸਾਹਿਬ ਤੋਂ ਲੈ ਕੇ ਥੱਲੇ ਤੱਕ ਇੱਕੋ ਜਿਹੀ ਪੱਕੀ ਹੋਈ ਆ। ਔਰ ਅਸੀਂ ਕਹਿੰਦੇ ਕਿ ਸਕੈਮ ਹੋ ਗਿਆ, ਅਸੀਂ ਕਹੀਏ ਜੁਰਮ ਹੋ ਗਿਆ, ਜੁਰਮ ਤੋਂ ਬਾਅਦ ਅਸੀਂ ਕਹੀਏ ਵੀ ਅਸੀਂ ਚੋਰ ਨੇ ਚੋਰੀ ਤਾਂ ਕਰ ਲਈ, ਹੁਣ ਪੈਸੇ ਵਾਪਸ ਕਰਤੇ ਇਸ ਕਰਕੇ ਖਤਮ ਹੋ ਗਈ ਕਹਾਣੀ। ਨਹੀਂ, ਜੇ ਚੋਰ ਨੇ ਚੋਰੀ ਕੀਤੀ ਆ ਤਾਂ ਮੁਕੱਦਮਾ ਰਜਿਸਟਰਡ ਹੋਣਾ ਚਾਹੀਦਾ, ਉਹਦੀ ਤਫਤੀਸ਼ ਹੋਣੀ ਚਾਹੀਦੀ ਆ। ਜੇਕਰ ਉਹਦੇ ਵਿੱਚ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਜੀ ਵੀ ਸ਼ਾਮਲ ਨੇ ਤਾਂ ਉਹਨਾਂ ਦੇ ਖਿਲਾਫ ਵੀ FIR ਹੋਣੀ ਚਾਹੀਦੀ ਆ। ਜੇਕਰ ਕੋਈ ਅਕਾਲੀ ਲੀਡਰ ਵੀ ਇਹਦੇ ਵਿੱਚ ਸ਼ਾਮਲ ਆ ਉਹਦੀ ਵੀ ਤਫਤੀਸ਼ ਹੋਣੀ ਚਾਹੀਦੀ ਆ। ਜੇਕਰ ਇਹਦੇ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਨੇ ਤਫਤੀਸ਼ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਲੁਧਿਆਣਾ ਸ਼ਹਿਰ ਦੀ ਜਨਤਾ ਨੂੰ ਇਨਸਾਫ ਮਿਲ ਸਕੇ। ਸਾਡੀ ਨੋ ਡਾਊਟ ਆਕਸ਼ਨ ਕੈਂਸਲ ਹੋ ਗਈ, ਪਰ ਸਾਡੀ ਅੱਜ ਵੀ ਆਸ, ਉਮੀਦ, ਡਿਮਾਂਡ ਇੱਕੋ ਹੀ ਆ ਕਿ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਰਜਿਸਟਰਡ ਕਰਕੇ ਕਾਰਵਾਈ ਹੋਵੇ। ਸਰ, ਜਿਸ ਤਰੀਕੇ ਨਾਲ ਹੁਣ ਇਸ ਜ਼ਮੀਨ ਦੀ ਜਿਹੜੀ ਹੈ ਨਿਲਾਮੀ ਰੱਦ ਹੋ ਗਈ, ਤੁਹਾਡੇ ਵੱਲੋਂ ਹੀ ਸ਼ੁਰੂਆਤ ਤੋਂ ਜਿਹੜਾ ਹੈ ਮੁੱਦਾ ਚੁੱਕਿਆ ਗਿਆ ਤੇ ਹੁਣ ਅੱਗੇ ਤੁਹਾਡੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ, ਅੱਗੇ ਇਹੋ ਜਿਹੀ ਚੀਜ਼ਾਂ ਨਾ ਹੋਣ, ਤੁਸੀਂ ਉਸ ਦੇ ਲਈ ਜਿਹੜਾ ਇਸ ਮਾਮਲੇ ਦੇ ਵਿੱਚ ਅੱਗੇ ਵੀ ਇਸੇ ਤਰੀਕੇ ਨਾਲ ਐਕਟਿਵ ਰਹੋਗੇ, ਪੂਰੀ ਜਿਹੜੀ ਹੈ ਪੈਰਵੀ ਕਰੋਗੇ ਪੂਰੇ? ਅਸੀਂ ਜਿੰਨਾ ਚਿਰ ਜੀਂਦੇ ਆ, ਮੇਰੀ ਤਾਂ ਹਮੇਸ਼ਾ ਇੱਕੋ ਆਸ ਆ ਕਿ ਅਸੀਂ ਇਸ ਸ਼ਹਿਰ ਦੇ ਸਿਟੀਜ਼ਨ ਆ, ਵਾਸੀ ਆ, ਨਿਵਾਸੀ ਆ। ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਸਾਨੂੰ ਕਿਤੇ ਮਾੜਾ ਨਾ ਬੋਲਣ, ਮੰਦਾ ਨਾ ਬੋਲਣ, ਗਾਲਾਂ ਨਾ ਕੱਢਣ ਕਿ ਅਸੀਂ ਉਹਨਾਂ ਨੂੰ ਕਿਹੋ ਜਿਹਾ ਦੇਸ਼, ਕਿਹੋ ਜਿਹਾ ਭੇਸ, ਕਿਹੋ ਜਿਹਾ ਸਿਸਟਮ ਲੈ ਕੇ ਦਿੱਤਾ। ਅਸੀਂ ਅੱਜ ਉਸ ਸਿਸਟਮ ਨੂੰ ਪਾਰਦਰਸ਼ਤਾ ਦੇ ਨਾਲ ਸਾਫ਼ ਸੁਥਰਾ ਕਰਨ ਦੇ ਵਿੱਚ ਅਸੀਂ ਲੱਗੇ ਹੋਏ ਹਾਂ। ਸਾਡਾ ਇੱਕੋ ਇੱਕ ਟੀਚਾ ਆ ਕਿ ਕਰਪਸ਼ਨ ਨਾ ਹੋਵੇ, ਪ੍ਰਦੂਸ਼ਣ ਨਾ ਹੋਵੇ, ਲੁਧਿਆਣਾ ਸ਼ਹਿਰ ਜਿਹੜਾ ਪੈਰਿਸ ਵਾਂਗੂ ਵਧੀਆ ਹੋਵੇ, ਇੱਥੇ ਲਟੇਰਿਆਂ ਦਾ ਰਾਜ ਨਾ ਹੋਵੇ। ਕਿਵੇਂ ਬੈਨੀਫਿਟ ਕਿਵੇਂ ਮਿਲਣਾ ਸੀ ਉਹਨਾਂ ਲੋਕਾਂ ਨੂੰ, ਇਹ ਜਿਹੜਾ ਜ਼ਰੂਰ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੋਏਗਾ ਤੇ ਮੈਂ ਜ਼ਰੂਰ ਚਾਹੂੰਗੀ ਕਿ ਬੈਨੀਫਿਟ ਦੇਖੋ, ਇਹ ਸਵਾਲ ਬਹੁਤ ਤੁਹਾਡਾ ਵਧੀਆ ਆ ਔਰ ਮੈਂ ਤੁਹਾਨੂੰ ਦੱਸਾਂਗਾ ਕਿ ਜੇਕਰ 350 400 ਕਰੋੜ ਰੁਪਏ ਵਾਲੀ ਪ੍ਰਾਪਰਟੀ 92 ਕਰੋੜ 'ਚ ਲੈ ਲਓ ਤੇ ਮਾਈਨਸ ਪਲੱਸ ਕਰੀਏ ਤੇ 250 ਕਰੋੜ ਰੁਪਏ ਦੇ ਕਰੀਬ 300 ਕਰੋੜ ਦੇ ਕਰੀਬ ਪ੍ਰੋਫਿਟ ਆ ਗਿਆ ਪਹਿਲੇ ਦਿਨ ਹੀ, ਜੇ ਮਾਰਕੀਟ ਦੇ ਨਾਲ ਆਪਾਂ ਕੰਪੇਅਰ ਕਰੀਏ। ਉਹ ਫਿਰ ਜਿਹੜੇ ਇਹ ਅੰਦਰ ਖਾਤੇ ਬੰਦੇ ਹੁੰਦੇ ਨੇ ਉਹ ਸਾਰੇ ਹੀ ਇਸ ਮਰੇ ਹੋਏ ਹਿਰਨ ਨੂੰ ਵੰਡ ਲੈਂਦੇ ਨੇ। ਕਹਿਣ ਦਾ ਭਾਵ ਸ਼ਿਕਾਰ ਨਿਕਲਿਆ, ਉਸ ਨੂੰ ਵੰਡ ਲਿਆ, ਉਸ ਨੂੰ ਖਾ ਲਿਆ, ਇਹੋ ਜਿਹਾ ਕੰਮ ਆ। ਮੇਰੀ ਅੱਜ ਵੀ ਚਾਹੇ ਕਾਂਗਰਸ ਦੇ ਅਹੁਦੇਦਾਰ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਡੇ SC ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਮੰਤਰੀ ਸਾਹਿਬ ਧਰਮਸੋਤ ਜੀ ਵਰਗਿਓ ਨਾ ਖਾਓ। ਆਸ਼ੂ ਜੀ, ਤੁਸੀਂ ਲੁਧਿਆਣਾ ਸ਼ਹਿਰ ਦੀਆਂ ਪ੍ਰਾਪਰਟੀਆਂ ਨਾ ਉਜਾੜੋ, ਆਪਣੇ ਗੋਦਾਮਾਂ ਦੀਆਂ ਕਣਕਾਂ ਨਾ ਖਾਓ। ਸਾਡੇ ਸ਼ਹਿਰ, ਸਾਡੇ ਜਨਤਾ ਵੱਲ ਦੇਖੋ। ਸਾਡੀ ਜਨਤਾ ਪੰਜਾਬ ਦੀ ਸੰਤਾਪੀ ਪਈ ਆ। ਪੰਜਾਬ ਤੁਹਾਡੇ ਕੋਲ ਕੁਝ ਉਮੀਦ ਕਰਕੇ ਤੁਹਾਨੂੰ ਪਾਵਰ ਵਿੱਚ ਲਿਆਂਦਾ ਸੀ, ਪਰ ਤੁਸੀਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਇਸ ਕਰਕੇ ਪੰਜਾਬ ਤੁਹਾਨੂੰ ਕਦੇ ਵੀ ਕਾਂਗਰਸ ਪਾਰਟੀ ਵਾਲੇ ਸਤਿਕਾਰਯੋਗ ਵਿਅਕਤੀਓ ਤੁਹਾਨੂੰ ਮਾਫ ਨਹੀਂ ਕਰੇਗਾ, ਕਿਉਂਕਿ ਤੁਸੀਂ ਪੰਜਾਬ ਦੇ ਆਵਾਮ ਦੀ ਜਿਹੜੀ ਆਵਾਜ਼ ਸੀ ਉਹਨੂੰ ਤੁਸੀਂ ਸੁਣ ਕੇ ਵੋਟਾਂ ਤਾਂ ਲੈ ਲਈਆਂ, ਪਰ ਉਹਨਾਂ ਦੀ ਆਵਾਜ਼ ਨੂੰ ਤੁਸੀਂ ਸੁਣ ਕੇ ਉਹਨਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਅੱਜ ਮੇਰੀ ਪੰਜਾਬ ਦੇ ਸਾਰੇ ਵਾਸੀਆਂ ਨੂੰ ਇਹੋ ਅਪੀਲ ਆ ਕਿ ਇਸ ਝੂਠੀ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ, ਉਹਦਾ ਬਿਲਕੁਲ ਸਾਥ ਨਾ ਦਿਓ। ਆਪਣੀ ਆਤਮਾ ਦੀ ਆਵਾਜ਼ ਸੁਣੋ, ਉੱਠ ਕੇ ਖੜੇ ਹੋਵੋ। ਤੁਹਾਡੇ ਸਾਰਿਆਂ ਦਾ ਰਾਈਟ ਬਣਦਾ, ਹੱਕ ਬਣਦਾ ਕਿ ਪਬਲਿਕ ਸਰਵੈਂਟ ਤੁਹਾਡੇ ਵਾਸਤੇ ਕੰਮ ਕਰੇ, ਨਾ ਕਿ ਆਸ਼ੂ ਜੀ ਵਾਂਗੂ ਲੋਕਾਂ ਨੂੰ ਦਬਕੇ ਲੈ ਕੇ ਪਵੇ ਕਿ ਤੂੰ DO ਕੌਣ ਹੁੰਨੀ ਆ, ਤੂੰ DSP ਕੌਣ ਹੁੰਨਾ, ਤੂੰ ਜੁਆਇੰਟ ਕਮਿਸ਼ਨਰ ਕੌਣ ਹੁੰਨਾ। ਇਸ ਤਰ੍ਹਾਂ ਨਾ ਹੋਵੇ। ਆਸ਼ੂ ਜੀ ਸਾਰੇ ਰਿਸਪੈਕਟਡ ਹੁੰਦੇ ਆ,
ਤੁਸੀਂ ਵਧੀਆ ਭਾਸ਼ਾ ਦਾ ਇਸਤੇਮਾਲ ਕਰਿਆ ਕਰੋ, ਮੇਰੀ ਆਪ ਜੀ ਨੂੰ ਵੀ ਬੇਨਤੀ ਹੈ। ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਬੀਜੇਪੀ ਸੀਨੀਅਰ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਜੀ ਨਾਲ, ਜੋ ਕਿ ਗੱਲ ਹੋ ਰਹੀ ਸੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜਾ ਮੁੱਦਾ ਭਖਿਆ ਨਜ਼ਰ ਆ ਰਿਹਾ ਸੀ, ਜੋ ਮਾਡਲ ਟਾਊਨ ਐਕਸਟੈਂਸ਼ਨ ਦੀ 4.5 ਏਕੜ ਜ਼ਮੀਨ ਜਿਸ ਦੀ ਫਾਈਨਲੀ ਹੁਣ ਜਿਹੜੀ ਨਿਲਾਮੀ ਆ ਉਹ ਰੱਦ ਹੋ ਚੁੱਕੀ ਹੈ, ਵੱਡੀ ਜਿੱਤ ਜਿਹੜੀ ਹੈ ਮਿਲ ਚੁੱਕੀ ਹੈ। ਤੇ ਉਸੇ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਕੀਤੀ, ਜੋ ਤੁਹਾਡੇ ਵੀ ਡਾਊਟ ਸੀ ਇਸ ਜ਼ਮੀਨੀ ਘੁਟਾਲੇ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਜਿਹੜਾ ਘੁਟਾਲਾ ਪੋਸੀਬਲ ਹੋ ਪਾਇਆ, ਕਿਹੜੇ ਲੋਕਾਂ ਨੂੰ ਬੈਨੀਫਿਟ ਮਿਲਣਾ ਸੀ, ਇਹ ਸਾਰੇ तमाम ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਵੀ ਤੁਹਾਨੂੰ ਮਿਲ ਚੁੱਕੇ ਹੋਣਗੇ। ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।